ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 83ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੇ ਮਹੱਲਾ ਪੰਜਵਾਂ। ਤੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਧਿਆਈਏ। ਪ੍ਰਭ ਕਿਰਪਾ ਤੇ ਬੰਧਨ ਛੂਟੇ, ਤੋ ਕਿਰਪਾ ਤੇ ਹਉਮੈ ਟੂਟੇ। ਤੁਮ ਲਾਵੋ ਤੂੰ ਲਾਗੇ ਸੇਵ, ਹਮ ਤੇ ਕੁਛ ਨਾ ਹੋਵੇ ਦੇਵ ਰਹਾਓ। ਤੁਧ ਪਾਵੇ ਤਾਂ ਗਾਵਾਂ ਬਾਣੀ, ਤੁਧ ਪਾਵੇ ਤਾਂ ਸੱਚ ਵਖਾਣੀ। ਤੁਧ ਪਾਵੇ ਤਾਂ ਸਤਿਗੁਰ ਮਿਆ, ਸਰਬ ਸੁਖਾਂ ਪ੍ਰਭ ਤੇਰੀ ਦਇਆ। ਜੋ ਤੁਧ ਭਾਵੇ ਸੋ ਨਿਰਮਲ ਕਰਮਾ, ਜੋ ਤੁਧ ਭਾਵੇ ਸੋ ਸਚ ਧਰਮਾ। ਸਰਬ ਨਿਧਾਨ ਗੁਣ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਮਨ ਤਨ ਨਿਰਮਲ ਹੋਏ ਹਰ ਰੰਗ, ਸਰਬ ਸੁਖਾਂ ਪਾਓ ਸਤਸੰਗ। ਨਾਮ ਧਰੇ ਰਹੇ ਮਨ ਰਾਤਾ, ਏਕ ਕਲਿਆਣ ਨਾਨਕ ਕਰ ਜਾਤਾ। ਮਨ ਤਨ ਨਿਰਮਲ ਹੋਏ ਹਰ ਰੰਗ, ਸਰਬ ਸੁਖਾਂ ਪਾਵਿਓ ਸਤਸੰਗ। ਨਾਮ ਧਰੇ ਰਹੇ ਮਨ ਰਾਤਾ, ਏਕ ਕਲਿਆਣ ਨਾਨਕ ਕਰ ਜਾਤਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਪਰਮੇਸ਼ਰ, ਤੇਰੀ ਕਿਰਪਾ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਗੁਰਮੁਖ ਜੀਵਨ ਦਾ ਰਸਤਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਭਾਵ ਸਾਨੂੰ ਸਿੱਖਾਂ ਨੂੰ ਸਾਡੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਖਜ਼ਾਨਾ ਬਖਸ਼ਿਆ ਹੈ, ਜਿਸ ਰਾਹੀਂ ਅਸੀਂ ਪਰਮੇਸ਼ਰ ਦੀ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਗੁਰਮਤਿ ਦਾ ਰਸਤਾ ਪ੍ਰਾਪਤ ਕਰ ਸਕਦੇ ਹਾਂ ਜੀ। ਅਤੇ ਹੇ ਪਰਮੇਸ਼ਰ, ਤੇਰੀ ਕਿਰਪਾ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਿਆਇਆ ਜਾ ਸਕਦਾ ਹੈ ਜੀ। ਇਹ ਪਰਮੇਸ਼ਰ ਦੀ ਕਿਰਪਾ ਨਾਲ ਮਾਇਆ ਮੋਹ ਦੇ ਬੰਧਨਾਂ ਤੋਂ ਛੁੱਟਿਆ ਜਾ ਸਕਦਾ ਹੈ ਜੀ। ਅਤੇ ਹੇ ਪਰਮੇਸ਼ਰ, ਤੇਰੀ ਕਿਰਪਾ ਨਾਲ ਹੀ ਹਉਮੈ ਟੁੱਟ ਸਕਦੀ ਹੈ ਜੀ, ਭਾਵ ਦੂਰ ਹੋ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਪ੍ਰਕਾਸ਼ ਰੂਪ ਪਰਮੇਸ਼ਰ, ਤੁਸੀਂ ਆਪਣੀ ਸੇਵਾ ਵਿੱਚ ਸਾਨੂੰ ਲਾਓ ਜੀ, ਤਾਂ ਹੀ ਅਸੀਂ ਸੇਵਾ ਅੰਦਰ ਲੱਗ ਸਕਦੇ ਹਾਂ ਜੀ। ਇਹ ਫਿਰ ਗੁਰੂ ਜੀ ਪਰਮੇਸ਼ਰ ਅੱਗੇ ਬੇਨਤੀ ਅਰਦਾਸ ਕਰ ਰਹੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵੱਲ ਲੱਗਦਿਆਂ ਤੁਹਾਡੀ ਕਿਰਪਾ ਹੋਵੇ ਤਾਂ ਹੀ ਅਸੀਂ ਲੱਗ ਸਕਦੇ ਹਾਂ ਜੀ। ਅਤੇ ਸਾਡੇ ਪਾਸੋਂ ਆਪਣੇ ਆਪ ਕੁਝ ਵੀ ਨਹੀਂ ਹੋ ਸਕਦਾ ਜੀ, ਕਿਉਂਕਿ ਅਸੀਂ ਨਿਰਬਲ ਹਾਂ ਜੀ, ਭਾਵ ਮੋਹ ਮਾਇਆ ਤ੍ਰਿਸ਼ਨਾ ਇੱਛਾਵਾਂ ਵਿੱਚ ਫਸੇ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਜੇ ਤੈਨੂੰ ਮੇਰਾ ਗੁਰਸ਼ਬਦ ਗੁਰਬਾਣੀ ਕੀਰਤਨ ਗਾਉਣਾ ਪਵੇ ਤਾਂ ਮੈਂ ਗੁਰੂ ਦੀ ਬਾਣੀ ਗਾ ਸਕਦਾ ਹਾਂ ਜੀ। ਜੇ ਤੈਨੂੰ ਚੰਗਾ ਲੱਗੇ ਮੇਰੇ ਪਰਮੇਸ਼ਰ, ਤਾਂ ਹੀ ਮੈਂ ਸਦਾ ਥਿਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਉਚਾਰਨ ਕਰ ਸਕਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਤੈਨੂੰ ਚੰਗਾ ਲੱਗੇ ਤਾਂ ਹੀ ਮੇਰੇ ਉੱਤੇ ਸਤਿਗੁਰ ਦੀ ਕਿਰਪਾ ਹੋ ਸਕਦੀ ਹੈ ਜੀ, ਭਾਵ ਤਾਂ ਹੀ ਮੈਂ ਗੁਰਮਤਿ ਦੇ ਰਸਤੇ ਤੁਰ ਸਕਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸਾਰੇ ਸੁੱਖ ਤੇਰੀ ਕਿਰਪਾ ਦਇਆ ਹੋਵੇ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਜੇ ਤੈਨੂੰ ਭਾਵੇ ਉਹੀ
ਪਵਿੱਤਰ ਕਰਮ ਹੈ ਜੀ। ਭਾਵ ਜੋ ਤੁਹਾਨੂੰ ਚੰਗਾ ਲੱਗੇ, ਜੋ ਤੁਹਾਨੂੰ ਭਾਵੇ, ਉਹ ਹੀ ਮੇਰਾ ਪਵਿੱਤਰ ਕਰਮ ਹੈ ਜੀ। ਅਤੇ ਜੋ ਤੈਨੂੰ ਚੰਗਾ ਲੱਗੇ ਉਹ ਹੀ ਸਦਾ ਸਥਿਰ ਰਹਿਣ ਵਾਲਾ ਗੁਰਸ਼ਬਦ ਗੁਰਬਾਣੀ ਨਾਮ ਧਰਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸਾਰੇ ਗੁਣਾਂ ਦੇ ਖਜ਼ਾਨੇ ਤੇਰੇ ਕੋਲ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੂੰ ਮੇਰਾ ਮਾਲਕ ਹੈ ਅਤੇ ਮੈਂ ਸੇਵਕ ਤੇਰੇ ਅੱਗੇ ਬੇਨਤੀ ਤੇ ਅਰਦਾਸ ਕਰ ਰਿਹਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੀ ਇਹ ਅਰਦਾਸ ਹੈ ਕਿ ਮੇਰਾ ਮਨ ਤੇ ਸਰੀਰ ਉਸ ਪਰਮੇਸ਼ਰ ਹਰੀ ਦੇ ਰੰਗ ਵਿੱਚ ਰੰਗਿਆ ਜਾਵੇ। ਭਾਵ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰੰਗੀਜ ਕੇ, ਗੁਣ ਗਾ ਕੇ, ਅਪਣਾ ਕੇ ਮੇਰਾ ਮਨ, ਤਨ ਤੇ ਸਰੀਰ ਨਿਰਮਲ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਰੇ ਆਤਮਿਕ ਸੁੱਖ ਮੈਂ ਤੇਰੀ ਸਤਸੰਗਤ ਵਿੱਚੋਂ ਹੀ ਪ੍ਰਾਪਤ ਕਰ ਸਕਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰਾ ਮਨ ਤੇਰੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰਤਾ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਇਹ ਕਲਿਆਣ ਵਾਲਾ ਰਸਤਾ ਜਾਣਿਆ ਹੈ ਜੀ। ਇਹ ਸਭ ਕੁਝ ਤੁਹਾਡੀ ਕਿਰਪਾ ਦੇ ਨਾਲ ਹੀ ਸੰਭਵ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸਭ ਵਿੱਚ ਗੁਰੂ ਜੀ ਦੱਸਦੇ ਹਨ ਕਿ ਹਾਂ, ਜੀਵ ਨੇ ਤਾਂ ਕੋਸ਼ਿਸ਼ ਕਰਨੀ ਹੀ ਹੈ ਗੁਰਸ਼ਬਦ ਗੁਰਬਾਣੀ ਨਾਮ ਅੰਮ੍ਰਿਤ ਗੁਰਮਤਿ ਦੇ ਰਸਤੇ 'ਤੇ ਚੱਲਣ ਦੀ। ਉਸ ਦੇ ਨਾਲ ਨਾਲ ਸਾਨੂੰ ਦੀ ਕਿਰਪਾ ਹੋਵੇ, ਪਰਮੇਸ਼ਰ ਦੀ ਕਿਰਪਾ ਹੋਵੇ, ਨਦਰ ਸਵੱਲੀ ਹੋਵੇ ਤਾਂ ਹੀ ਮਿਲ ਸਕਦਾ ਹੈ ਜੀ। ਇਸ ਸ਼ਬਦ ਵਿੱਚ ਸਤਿਗੁਰਾਂ ਨੇ ਸਭ ਸਿੱਖਾਂ ਨੂੰ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਨ ਲਈ ਨਿਮਰਤਾ ਸਹਿਤ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਜੀ। ਜਿਸ ਤਰ੍ਹਾਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੇ ਸਭ ਕੋਇ, ਇਹ ਪਿਰਮ ਪਿਆਲਾ ਖਸਮ ਕਾ, ਜੇ ਭਾਵੇ ਤਾਂ ਦੇ। ਅਸਲ ਵਿੱਚ ਉਹੀ ਜੀਵ ਜਪ ਤਪ ਸੰਜਮ ਕਰਮ ਧਰਮ ਕਰ ਸਕਦਾ ਹੈ ਜੀ, ਜੇ ਪਰਮੇਸ਼ਰ ਨੂੰ ਪਾਉਂਦਾ ਹੋਵੇ। ਬਾਕੀ ਸਭ ਹਉਮੈ ਹੀ ਹੈ ਜੀ। ਸੋ ਸਿਧਾਂਤ ਇਹ ਹੈ ਕਿ ਸਿੱਖ ਸਤਿਗੁਰਾਂ ਪਾਸੋਂ ਹਮੇਸ਼ਾ ਇਹ ਮੰਗ ਮੰਗੀ ਕਿ ਹੇ ਪਰਮੇਸ਼ਰ, ਤੇਰੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ, ਕੀਰਤਨ ਵਿੱਚ ਮੇਰਾ ਮਨ ਰੰਗਿਆ ਰਹੇ ਅਤੇ ਲੀਨ ਹੋਇਆ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹੋ ਹੀ ਜਿਹਾ ਮੇਰਾ ਜੀਵਨ ਔਰ ਇਹੋ ਹੀ ਮੇਰਾ ਜੀਵਨ ਦਾ ਕਲਿਆਣ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵਨ ਲਈ ਕਲਿਆਣਕਾਰੀ ਮਾਰਗ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਦਾ ਚਿੰਤਨ, ਸਤਸੰਗਤ, ਸਿਮਰਨ ਅਤੇ ਸੇਵਾ ਹੈ ਜੀ। ਪਰ ਇਹ ਸਭ ਕੁਝ ਕਰਨ ਨਾਲ ਵੀ ਪਰਮੇਸ਼ਰ ਦੀ ਮਿਹਰ ਭਰੀ ਨਜ਼ਰ ਨਾਲ ਹੀ ਨਿਸਤਾਰਾ ਹੋਣਾ ਹੈ ਜੀ। ਜਿਸ ਤਰ੍ਹਾਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਜ 72 'ਤੇ ਇਹ ਪੰਕਤੀ ਗੁਰੂ ਜੀ ਦੱਸਦੇ ਹਨ, ਸੁਖ ਸੇਵਾ ਅੰਦਰ ਰੱਖੀਏ, ਆਪਣੀ ਨਦਰ ਕਰੇ ਨਿਸਤਾਰ ਜਿਉ। ਅੱਜ ਦਾ ਵਿਚਾਰ ਕਰਦਿਆਂ ਮੇਰਾ
ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।